ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕੰਪਿਊਟਰ ਦਾ ਪਾਰਟ ਸੈਕਿੰਡ ਡਿਸਕਸ ਕਰਾਂਗੇ ਤੇ ਉਹੀ ਕੁਐਸਚਨ ਨੇ ਜਿਹੜੇ PSSB ਦੇ ਪਿਛਲੇ ਈਅਰ ਦੇ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ ਤੇ ਚਾਂਸਸ ਵੀ ਆਹੀ ਰਹਿੰਦੇ ਨੇ ਕਿ ਆਉਣ ਵਾਲੇ ਐਗਜ਼ਾਮ ਦੇ ਵਿੱਚ ਵੀ ਤੁਹਾਨੂੰ ਇਹਨਾਂ ਵਿੱਚੋਂ ਹੀ ਕੁਐਸਚਨ ਦੇਖਣ ਨੂੰ ਮਿਲਣਗੇ। ਤਾਂ ਧਿਆਨ ਨਾਲ ਤੁਸੀਂ ਸਮਝਿਓ ਤੇ ਮੈਂ ਤੁਹਾਨੂੰ ਬੜੇ ਹੀ ਆਸਾਨੀ ਦੇ ਨਾਲ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਵਾਂਗਾ ਸੋ ਦੈਟ ਤੁਸੀਂ ਰੱਟਾ ਨਾ ਮਾਰੋ। ਤੇ ਅੱਜ ਜਿਹੜਾ ਆਪਾਂ ਸੈਕਿੰਡ ਸੈੱਟ ਲੈ ਕੇ ਆ ਰਹੇ ਹਾਂ ਤੇ ਜੇਕਰ ਤੁਹਾਨੂੰ ਇਸ ਸੈਕਸ਼ਨ ਦੇ ਵਿੱਚ ਕੰਪਿਊਟਰ ਦੇ ਵਿੱਚ ਨੌਲੇਜ ਅੱਛੀ ਹੈ ਤਾਂ ਤੁਸੀਂ ਇਹਨੂੰ ਇੱਕ ਤਰ੍ਹਾਂ ਮੌਕ ਟੈਸਟ ਦੀ ਤਰ੍ਹਾਂ ਟਰੀਟ ਕਰ ਸਕਦੇ ਹੋ ਤੇ ਲਾਸਟ ਦੇ ਵਿੱਚ ਤੁਸੀਂ ਦੱਸਿਓ ਵੀ ਤੁਸੀਂ 20 ਆਊਟ ਆਫ 20 ਕਿੰਨੇ ਕੁਐਸਚਨ ਸਹੀ ਕੀਤੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਮੈਂ ਜਦੋਂ ਵੀ ਕੁਐਸਚਨ ਦੇ ਬਾਰੇ ਪੁੱਛਦਾ ਤੁਸੀਂ ਬਹੁਤ ਹੀ ਰੇਅਰ ਬੱਚੇ ਜਿਹੜੇ ਆਨਸਰ ਦਿੰਦੇ ਆ, ਜਿਵੇਂ ਹੁਣ ਕੁਝ ਬੱਚਿਆਂ ਨੇ ਆਨਸਰ ਦਿੱਤੇ ਸੀ ਗਿਣੇ ਚੁਣਿਆਂ ਨੇ, ਮੈਂ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਤੁਹਾਨੂੰ ਦਿਖਾ ਰਿਹਾ ਹੈਗਾ ਤਾਂ ਤੁਸੀਂ ਵੀ ਟਰਾਈ ਕਰਿਆ ਕਰੋ ਕਿ ਆਨਸਰ ਦਿਆ ਕਰੋ। ਪਹਿਲਾ ਕੁਐਸਚਨ ਹੈਗਾ ਟੂ ਹੋਸਟ ਏ ਵੈਬਸਾਈਟ ਵਿਚ ਉਹਦਾ ਫੋਲੋਇੰਗ ਇਜ਼ ਰਿਕੁਆਇਰਡ, ਯਾਨੀ ਕਿ ਜੇਕਰ ਤੁਸੀਂ ਕੋਈ ਵੈਬਸਾਈਟ ਨੂੰ ਹੋਸਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਆ। ਪਹਿਲਾਂ ਤਾਂ ਆਪਾਂ ਨੂੰ ਜਦੋਂ ਆਪਾਂ ਨਈ ਵੈਬਸਾਈਟ ਬਣਾਉਂਦੇ ਹਾਂ ਆਪਾਂ ਨੂੰ ਟਰਾਈ ਕਰਨਾ ਹੈ ਕਿ ਡਿਸਾਈਡ ਕਰਨਾ ਵੀ ਕਿਸ ਟਾਈਪ ਦੀ ਬਣਾਉਣੀ ਹੈ, ਕਿ ਉਹ ਬਿਜ਼ਨਸ ਟਾਈਪ ਦੀ, ਐਜੂਕੇਸ਼ਨ ਟਾਈਪ ਦੀ ਹੈ, ਫੂਡ ਟਾਈਪ ਦੀ, ਉਹਦੀ ਟਾਈਪ ਦੱਸਣੀ ਪੈਂਦੀ ਹੈ। ਅਤੇ ਬਾਅਦ 'ਚ ਤੁਸੀਂ ਕੀ ਕਰਨਾ, ਇੱਕ ਹੋਸਟਿੰਗ ਸਰਵਰ ਲਿਆ ਜਾਊਗਾ ਅਤੇ ਤੁਹਾਨੂੰ DNS ਮਿਲੂਗਾ, ਕਿਉਂਕਿ DNS ਕੀ ਹੈ ਬੇਸਿਕਲੀ ਇੱਕ ਪਰਟੀਕੂਲਰ ਐਡਰੈਸ ਹੁੰਦਾ ਕਿਸੇ ਵੀ ਸਾਈਟ ਦਾ ਅਤੇ ਉਹਦੇ ਲਈ ਤੁਹਾਨੂੰ ਚਾਹੀਦਾ ਹੁੰਦਾ ਇੱਕ ਪਰਟੀਕੂਲਰ ਵੈਬ ਸਰਵਰ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਜੀ, ਆਪਸ਼ਨ ਨੰਬਰ A ਵੈਬ ਸਰਵਰ। A web server is a computer that runs website. Next ਗੱਲ ਕਰ ਰਿਹਾ you can press what to move between open workbooks. ਵਰਕਬੁੱਕ ਮੰਨ ਲਓ ਕਿ ਤੁਸੀਂ ਨਾ ਕੋਈ ਐਕਸਲ ਸ਼ੀਟ ਖੋਲ੍ਹੀ ਹੋਈ ਹੈ, ਇੱਕ ਸ਼ੀਟ ਦੇ ਵਿੱਚ ਨਹੀਂ ਕਹਿ ਰਿਹਾ ਮੈਂ, ਟੈਬ ਨਹੀਂ ਕਹਿ ਰਿਹਾ, ਇੱਕ ਐਕਸਲ ਸ਼ੀਟ ਆ ਖੋਲ੍ਹੀ ਹੋਈ, ਇੱਕ ਐਕਸਲ ਸ਼ੀਟ ਨੰਬਰ 2 ਖੋਲ੍ਹੀ ਹੋਈ ਹੈ। ਤਾਂ ਇਹਨਾਂ ਦੇ ਵਿੱਚ ਮੂਵ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਯੂਜ਼ ਕੀਤੀ ਜਾਂਦੀ ਹੈ। ਤਾਂ ਇਹਨਾਂ ਲਈ ਜਿਹੜੀ ਸ਼ਾਰਟਕਟ ਕੀ ਹੈ ਉਹ ਯੂਜ਼ ਕੀਤੀ ਜਾਂਦੀ ਹੈਗੀ ਹੈ ਕੰਟਰੋਲ F6। ਕਾਫੀ ਇੰਪੋਰਟੈਂਟ ਕੁਐਸਚਨ ਹੈ, ਹੋ ਸਕਦਾ ਤੁਹਾਨੂੰ ਆਉਣ ਵਾਲੇ ਐਗਜ਼ਾਮ ਦੇ ਵਿੱਚ ਦੇਖਣ ਨੂੰ ਡੈਫੀਨੇਟਲੀ ਮਿਲਿਆ ਕੁਐਸਚਨ। ਅਤੇ ਇਹ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ ਜੀ, ਕੰਟਰੋਲ ਟੈਬ ਕਰਕੇ ਵੀ ਯੂਜ਼ ਕਰ ਸਕਦੇ ਹੋ। ਕੰਟਰੋਲ ਟੈਬ ਆਪਸ਼ਨ ਦੇ ਵਿੱਚ ਨਹੀਂ ਦਿੱਤਾ ਗਿਆ ਹੈਗਾ, ਲੇਕਿਨ ਜਿਹੜਾ ਕੰਟਰੋਲ ਟੈਬ ਨਾਲ ਕੋਈ ਹੋਰ ਵਿੰਡੋ ਵੀ ਖੁੱਲ੍ਹ ਸਕਦੀ ਹੈ, ਲੇਕਿਨ ਕੰਟਰੋਲ F6 ਜਿਹੜਾ ਇਹਦਾ ਐਗਜ਼ੈਕਟ ਆਨਸਰ ਹੈ। ਨੈਕਸਟ ਕੁਐਸਚਨ ਗੱਲ ਕਰ ਰਿਹਾ ਇੱਕ ਫਾਰਮੂਲਾ ਦਿੱਤਾ ਗਿਆ ਆਪਾਂ ਨੂੰ ਐਕਸਲ ਦਾ ਅਤੇ ਪੁੱਛ ਰਿਹਾ ਵੀ ਇਹਦਾ ਮਤਲਬ ਕੀ ਹੈ। ਅਤੇ ਆਪਾਂ ਨੂੰ ਆਹ ਗੱਲ ਤਾਂ ਪਤਾ ਹੀ ਹੈ ਵੀ ਕੋਈ ਵੀ ਫਾਰਮੂਲਾ ਜਿਹੜਾ ਉਹ ਇਕੁਅਲ ਟੂ ਤੋਂ ਸ਼ੁਰੂ ਹੁੰਦਾ ਹੈ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ, ਆਈ ਥਿੰਕ ਹਰ ਐਗਜ਼ਾਮ ਦੇ ਵਿੱਚ ਪੁੱਛਿਆ, ਜਿਹੜੇ PSSB ਦੇ ਪਿੱਛੇ ਐਗਜ਼ਾਮ ਹੋਏ ਨੇ ਨਾ, ਹਰ ਪੇਪਰ ਦੇ ਵਿੱਚ ਐਗਜ਼ਾਮ ਪੁੱਛਿਆ ਗਿਆ ਸੀ ਇੱਕ ਦਿਨ ਨੂੰ ਛੱਡ ਕੇ, ਤਾਂ ਉਹ ਇਕੁਅਲ ਟੂ ਤੋਂ ਸ਼ੁਰੂ ਹੁੰਦਾ ਹੈਗਾ। ਅਤੇ ਇਹਨੂੰ ਆਪਾਂ ਸਮਝਣ ਲਈ ਨਾ ਇਹ ਕੰਮ ਕਰਦੇ ਹਾਂ, ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਇਹ ਗੱਲ ਕਰ ਰਿਹਾ ਹੈਗਾ A1 to B10, ਯਾਨੀ ਕਿ ਜਿਹੜੇ ਕੋਲਮ A1 ਤੋਂ ਲੈ ਕੇ B10 ਤੱਕ ਦੀ ਐਂਟਰੀਜ਼ ਆ ਉਹਨਾਂ ਬਾਰੇ ਗੱਲ ਕਰ ਰਿਹਾ। ਇਸ ਐਗਜ਼ਾਮਪਲ ਨਾਲ ਨਾ ਆਪਾਂ ਈਜ਼ੀਲੀ ਸਮਝਾਂਗੇ ਅਤੇ ਮੈਂ ਜਾਣਬੁੱਝ ਕੇ ਸਭ ਦੀ ਵੈਲਿਊ ਨੇ 5 ਭਰੀ ਹੈ, ਯਾਨੀ ਕਿ A1 A2 A3, ਯਾਨੀ ਕਿ A1 ਤੋਂ ਲੈ ਕੇ A10 ਦੀ 5 ਭਰੀ ਹੈ ਅਤੇ B1 ਤੋਂ ਲੈ ਕੇ B10 ਤੱਕ ਦੀ ਭਰੀ ਹੈ। ਤਾਂ ਸਮ ਦਾ ਮਤਲਬ ਕੀ ਹੈ, ਉਹ ਐਡ ਕਰੂਗਾ, ਯਾਨੀ ਕਿ A1 ਤੋਂ ਲੈ ਕੇ B10, ਯਾਨੀ ਕਿ A1 A2 A3 10 ਤੱਕ, ਇੱਧਰੋਂ B1 B2 B10 ਤੱਕ। ਤਾਂ ਟੋਟਲ ਕਿੰਨੇ ਨੇ ਜੀ, 10 ਇਹ ਅਤੇ 10 ਇਹ 20, ਯਾਨੀ ਕਿ 20 × 5 ਕਿੰਨਾ ਹੋਊਗਾ, 100 ਆਨਸਰ ਆ ਜਾਊਗਾ ਇਹਦਾ। ਤਾਂ ਬੇਸਿਕਲੀ ਕਰ ਕੀ ਰਿਹਾ ਹੈਗਾ, ਇਹਨੇ ਕੀ ਕੀਤਾ ਹੈਗਾ ਜੀ, ਜਿਹੜਾ ਫਸਟ ਕੋਲਮ ਹੈ ਅਤੇ ਸੈਕਿੰਡ ਕੋਲਮ ਹੈ ਉਹਦੀ ਜਿਹੜੀ 10 ਰੋ ਨੇ ਨਾ, ਕਿਉਂਕਿ ਆਪਾਂ ਇਹਨਾਂ ਨੂੰ ਕੋਲਮ ਕਹਿੰਦੇ ਹਾਂ, ਇਹਨਾਂ ਨੂੰ ਆਪਾਂ ਕੋਲਮ ਕਹਿੰਦੇ ਹੁੰਦੇ ਹਾਂ, ਇਹਨਾਂ ਨੂੰ ਰੋ ਕਹਿੰਦੇ ਹੁੰਦੇ ਹਾਂ। ਤਾਂ 2 ਕੋਲਮ ਅਤੇ 10 ਰੋ ਦਾ ਕੀ ਕੀਤਾ ਇਹਨੇ, ਐਡ ਕਰਤਾ। ਹੁਣ ਆਪਾਂ ਦੇਖਦੇ ਹਾਂ ਵੀ ਕਿਹੜਾ ਆਪਸ਼ਨ ਇਸ ਬਾਰੇ ਗੱਲ ਕਰ ਰਿਹਾ। ਆਪਸ਼ਨ ਨੰਬਰ ਆਪਾਂ ਥੱਲੋਂ ਲੱਗਦੇ ਹਾਂ, ਸਮ ਆਫ 1 to 10th ਕੋਲਮ। ਦੇਖੋ ਜੀ 1 to 10th ਕੋਲਮ ਦੀ ਗੱਲ ਕਰ ਰਿਹਾ ਆਪਾਂ, ਕੋਲਮ ਤਾਂ 2 ਹੀ ਯੂਜ਼ ਕੀਤੇ ਨੇ, 10th ਕੋਲਮ ਕਿੱਥੇ ਪਹੁੰਚ ਗਿਆ, ਆਪਸ਼ਨ ਗਲਤ ਹੈ। ਆਪਸ਼ਨ C ਗੱਲ ਕਰ ਰਿਹਾ ਸਮ ਆਫ 1 to 10th ਰੋ, 1 to 10th ਰੋ ਸਹੀ ਹੈ, ਆਫ first and second column. That means it will be the right answer. It is sum of 1 to 10th row, 1 to 10th row of first and second column. That means it will be the right answer, option number C. Moving on to the next, a step-by-step procedure used to solve a problem is called, basically we can say protocol or algorithm. These are the two things which we can say a step-by-step procedure to solve any kind of problem. ਇੱਕ ਸੈਟ ਆਫ ਰੂਲਸ ਹੈ ਐਲਗੋਰਿਦਮ ਜੋ ਕਿ ਕਿਸੇ ਪ੍ਰੋਬਲਮ ਨੂੰ ਸੋਲਵ ਕਰਦਾ ਹੈ, ਆਪਸ਼ਨ ਨੰਬਰ B. ਨੈਕਸਟ ਕੁਐਸਚਨ ਇਜ਼, ਏ ਕੰਪਿਊਟਰ ਕੈਨ ਨਾਟ ਬੂਟ ਇਫ ਇਟ ਡਜ਼ਨਟ ਹੈਵ ਦ,
ਕੋਈ ਵੀ ਕੰਪਿਊਟਰ ਜਦੋਂ ਆਪਾਂ ਸਟਾਰਟ ਕਰਦੇ ਹਾਂ ਤੁਸੀਂ ਦੇਖਦੇ ਹੋ ਬਲੈਕ ਸਕਰੀਨ ਚੱਲਦੀ ਹੈ, ਕੁਛ ਨਾ ਕੁਛ ਪ੍ਰੋਗਰਾਮਿੰਗ ਜਿਹੜੀ ਆ ਤੁਹਾਨੂੰ ਸਕਰੀਨ 'ਚ ਦੇਖਣ ਨੂੰ ਮਿਲਦੀ ਹੈ, ਉਹਨੂੰ ਹੀ ਆਪਾਂ ਕਹਿੰਦੇ ਹਾਂ ਬੂਟਿੰਗ। ਅਤੇ ਬੂਟ ਕੰਪਿਊਟਰ ਉਦੋਂ ਹੀ ਹੋਏਗਾ ਜਦੋਂ ਉਹਦੇ ਕੋਲ ਇੱਕ ਓਪਰੇਟਿੰਗ ਸਿਸਟਮ ਹੋਏਗਾ, OS। ਜਿਵੇਂ ਕਹਿੰਦੇ ਹੋ ਨਾ ਤੁਸੀਂ ਵੀ ਵਿੰਡੋ ਪਾਉਣ ਚੱਲਿਆ, ਵਿੰਡੋ ਨਹੀਂ ਚੱਲ ਰਹੀ ਹੈਗੀ, ਤਾਂ ਕੀ ਕਰ ਰਿਹਾ ਬੇਸਿਕਲੀ ਉਹ ਬੂਟ ਨਹੀਂ ਕਰ ਪਾਉਂਦਾ ਹੈਗਾ ਕਿਉਂਕਿ ਉਹਦੀ ਵਿੰਡੋ ਓਪਰੇਟਿੰਗ ਸਿਸਟਮ ਕੰਮ ਨਹੀਂ ਕਰ ਰਿਹਾ। ਨੈਕਸਟ ਗੱਲ ਕਰਦਾ ਹੈ ਮਲਟੀਪਲ ਚੋਇਸ ਐਗਜ਼ਾਮੀਨੇਸ਼ਨ ਆਨਸਰ ਸ਼ੀਟ ਕੈਨ ਬੀ ਇਵੈਲੂਏਟਡ ਆਟੋਮੈਟਿਕਲੀ ਬਾਏ। ਆਪਾਂ ਹੁਣ ਐਗਜ਼ਾਮ ਦੇਣ ਜਾਂਦੇ ਹਾਂ, ਆਪਾਂ MCQ ਦੇ ਰਹੇ ਹਾਂ, ਉਹਨੂੰ ਮਲਟੀਪਲ ਚੋਇਸ ਕੁਐਸਚਨ ਹੀ ਕਹਿੰਦੇ ਨੇ, MCQ। ਉਹ ਆਪਾਂ ਕਿਹੜੇ ਪੇਪਰ ਦਿੰਦੇ ਹਾਂ, ਆਪਾਂ ਨੂੰ ਇਹੋ ਜਿਹੀ ਸ਼ੀਟ ਦਿੱਤੀ ਜਾਂਦੀ ਹੈ ਫਿਲ ਕਰਨ ਲਈ, ਅਤੇ ਇਹਦੇ ਉੱਪਰ ਹੀ ਇਹਦੇ ਬੇਸਿਸ 'ਤੇ ਹੀ ਆਪਣੇ ਜਿਹੜੇ ਸਹੀ ਹੈ ਗਲਤ ਹੈ ਆਪਣੇ ਆਨਸਰ ਜਿਹੜਾ ਹੈਗਾ ਆਪਣੇ ਮਾਰਕਸ ਨੇ ਉਹ ਐਵੈਲੂਏਟ ਕੀਤੇ ਜਾਂਦੇ ਨੇ। ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ OMR ਸ਼ੀਟ। ਤੁਸੀਂ ਐਗਜ਼ਾਮੀਨੇਸ਼ਨ ਜਾਂਦੇ ਹੋ ਨਾ OMR ਸ਼ੀਟ ਦਿਓ ਜੀ, ਉਹਨੂੰ ਨਹੀਂ ਮਿਲੀ, ਇਹਨੂੰ ਨਹੀਂ ਮਿਲੀ, ਇੱਦਾਂ ਦੀ ਗੱਲਾਂ 'ਚ ਆਪਾਂ ਸੁਣਨ ਨੂੰ ਮਿਲਦੀਆਂ ਨੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਓਪਟੀਕਲ ਮਾਰਕ ਰੀਡਰ। ਨੈਕਸਟ ਕੁਐਸਚਨ 'ਤੇ ਜਾਣ ਤੋਂ ਪਹਿਲਾਂ ਇਫ ਯੂ ਹੈਵਨਟ ਸਬਸਕ੍ਰਾਈਬ ਮਾਈ ਚੈਨਲ ਡੂ ਸਬਸਕ੍ਰਾਈਬ। ਇਨ ਕੇਸ ਯੂ ਹੈਵ ਐਨੀ ਕੁਐਰੀ ਯੂ ਕੈਨ ਆਸਕ ਮੀ ਔਨ ਟੈਲੀਗ੍ਰਾਮ ਐਂਡ ਇੰਸਟਾਗ੍ਰਾਮ। ਤੁਸੀਂ ਦੋਨਾਂ 'ਤੇ ਮੈਨੂੰ ਪੁੱਛ ਸਕਦੇ ਹੋ। ਨੈਕਸਟ ਗੱਲ ਕਰ ਰਿਹਾ ਵਾਟ ਇਜ਼ ਗਟਰ ਮਾਰਜਿਨ, ਯਾਨੀ ਕਿ ਗਟਰ ਮਾਰਜਿਨ ਕੀ ਹੁੰਦਾ ਹੈ। ਵਨ ਆਫ ਦਾ ਫਰੀਕੁਐਂਟ ਕੁਐਸਚਨ ਆਸਕ ਬਾਈ PSSB ਕਿ ਗਟਰ ਮਾਰਜਿਨ ਹੁੰਦਾ ਕੀ ਹੈ। ਮੈਂ ਤੁਹਾਨੂੰ ਸਮਝਾ ਦਿੰਦਾ। ਆਪਾਂ ਜਦੋਂ ਵੀ ਕੋਈ ਪ੍ਰਿੰਟ ਕੱਢਦੇ ਹਾਂ ਅਤੇ ਆਪਾਂ ਉਹਨੂੰ ਚਾਹੁੰਦੇ ਕਿ ਬਾਈਂਡ ਕਰਵਾਉਣਾ, ਚਾਹੇ ਆਪਾਂ ਉਹਨੂੰ ਨੋਰਮਲੀ ਲੈਫਟ ਸਾਈਡ ਤੋਂ ਕਰਾਉਂਦੇ ਹਾਂ, ਲੇਕਿਨ ਕਈ ਵਾਰ ਆਪਾਂ ਟੋਪ ਸਾਈਡ ਤੋਂ ਵੀ ਕਰਾਉਂਦੇ ਹੁੰਦੇ ਹਾਂ। ਤਾਂ ਜਿਹੜਾ ਸਪੇਸ ਬਾਈਂਡਿੰਗ ਦੇ ਹੋਣ ਦੇ ਬਾਵਜੂਦ ਵੀ ਆਪਾਂ ਕੋਈ ਕੁਐਸਚਨ ਜਿਹੜਾ ਹੈ, ਕੋਈ ਜਿਹੜਾ ਆਪਣੇ ਪ੍ਰਿੰਟ ਹੋਣ ਵਾਲਾ ਏਰੀਆ ਹੈ ਉਹ ਕਦੇ ਵੀ ਹਾਈਡ ਨਹੀਂ ਹੁੰਦਾ ਹੈਗਾ, ਉਹ ਹਮੇਸ਼ਾ ਆਪਾਂ ਨੂੰ ਐਗਜ਼ੈਕਟ ਦਿਖਦਾ ਹੁੰਦਾ। ਅਤੇ ਜਿਹੜਾ ਇੰਨਾ ਸਪੇਸ ਹੁੰਦਾ ਨਾ ਇਹਨੂੰ ਹੀ ਆਪਾਂ ਗਟਰ ਮਾਰਜਿਨ ਕਹਿੰਦੇ ਹਾਂ। ਇਹ ਆਪਾਂ ਨੂੰ ਬਾਈਂਡਿੰਗ ਦੇ ਟਾਈਮ 'ਤੇ ਯੂਜ਼ ਹੁੰਦਾ ਹੈਗਾ। ਦੇਖੋ ਕੀ ਕਹਿ ਰਿਹਾ ਹੈਗਾ, ਆਪਸ਼ਨ ਨੰਬਰ A ਮਾਰਜਿਨ ਦੈਟ ਇਜ਼ ਐਡਡ ਟੂ ਦਾ ਲੈਫਟ ਮਾਰਜਿਨ ਵੈਨ ਪ੍ਰਿੰਟਿੰਗ। ਇਹ ਕੁਛ ਹੱਦ ਤੱਕ ਸਹੀ ਹੈ ਲੇਕਿਨ ਐਗਜ਼ੈਕਟ ਸਹੀ ਨਹੀਂ ਕਹਿ ਸਕਦੇ ਕਿਉਂਕਿ ਹਮੇਸ਼ਾ ਲੈਫਟ ਲਈ ਨਹੀਂ ਆਪਾਂ ਟੋਪ ਮਾਰਜਿਨ ਵੀ ਛੱਡ ਸਕਦੇ ਹਾਂ। ਸੈਕਿੰਡ ਰਾਈਟ ਮਾਰਜਿਨ ਦੀ ਗੱਲ ਕਰ ਰਿਹਾ, ਗਲਤ ਹੈ। ਥਰਡ ਕਹਿ ਰਿਹਾ ਮਾਰਜਿਨ ਦੈਟ ਇਜ਼ ਐਡਡ ਟੂ ਦਾ ਬਾਈਂਡਿੰਗ ਸਾਈਡ ਆਫ ਪੇਜ ਵੈਨ ਪ੍ਰਿੰਟਿੰਗ। ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਬਾਈਂਡਿੰਗ ਸਾਈਡ ਲਈ ਮਾਰਜਿਨ ਛੱਡਿਆ ਜਾਂਦਾ ਹੈ। ਜੇ ਆਪਾਂ ਨੂੰ ਟੋਪ ਬਾਈਂਡਿੰਗ ਕਰਵਾਉਣੀ ਹੈ ਤਾਂ ਆਪਾਂ ਉੱਪਰ ਮਾਰਜਿਨ ਛੱਡਾਂਗੇ, ਜੇ ਆਪਾਂ ਨੂੰ ਲੈਫਟ ਸਾਈਡ ਬਾਈਂਡਿੰਗ ਕਰਾਉਣੀ ਹੈ ਕਿਉਂਕਿ ਆਪਾਂ ਰਾਈਟ ਸਾਈਡ ਦਾ ਬਾਈਂਡਿੰਗ ਕਰਾਉਂਦੇ ਨਹੀਂ ਨਾ, ਆਪਾਂ ਕਿਹੜਾ ਕਹਿੰਦੇ ਨੇ ਕਿਹੜੀ ਲੈਂਗੁਏਜ ਆ ਉਰਦੂ, ਆਪਾਂ ਕਿਹੜਾ ਉਰਦੂ 'ਚ ਪੜ੍ਹ ਰਹੇ ਹਾਂ ਵੀ ਆਪਾਂ ਰਾਈਟ ਸਾਈਡ ਤੋਂ ਬਾਈਂਡ ਕਰਾਈਏ ਕਿਉਂਕਿ ਉਰਦੂ ਜਿਹੜੀ ਆ ਰਾਈਟ ਟੂ ਲੈਫਟ ਚੱਲਦਾ ਹੈ ਨਾ, ਆਪਾਂ ਲੈਫਟ ਟੂ ਰਾਈਟ ਚੱਲਦੇ ਹਾਂ। ਚਲੋ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਨੈਕਸਟ ਗੱਲ ਕਰ ਰਿਹਾ IPv4 ਐਡਰੈਸ ਕੰਸਿਸਟ ਆਫ। ਉਹਦੀ ਨਾ ਇਹ ਮੈਮਰੀ ਪੁੱਛ ਰਿਹਾ ਵੀ ਕਿੰਨੇ ਬਿਟ 'ਤੇ ਚੱਲਦਾ IPv4। ਤਾਂ IPv4 ਚੱਲਦਾ ਜੀ 32 ਬਿਟ 'ਤੇ, ਅਤੇ IPv6 ਚੱਲਦਾ ਹੈ, ਦੋ ਹੀ ਟਾਈਪ ਨੇ IP ਐਡਰੈਸ ਦੀ, ਉਹ ਚੱਲਦਾ 128। ਬਹੁਤ ਹੀ ਵਾਰ ਪੁੱਛਿਆ ਗਿਆ ਅਤੇ ਕਈ ਵਾਰ ਇਹ ਪੁੱਛਦੇ ਨੇ ਇਹਨਾਂ ਦਾ ਫੋਰਮੈਟ ਕਿੱਦਾਂ ਦਾ ਹੁੰਦਾ। IPv6 ਦਾ ਫੋਰਮੈਟ ਬਹੁਤ ਵਾਰ ਪੁੱਛਿਆ ਗਿਆ, ਤਾਂ ਹੈਗਜ਼ਾਡੈਸੀਮਲ ਹੁੰਦਾ ਅਤੇ ਜਿਹੜਾ ਇਹਦਾ ਹੁੰਦਾ ਹੈਗਜ਼ਾਡੈਸੀਮਲ ਕਿਵੇਂ ਜੀ, ਯਾਨੀ ਕਿ ਜਦੋਂ ਆਪਾਂ ਦੇਖਦੇ ਨਾ 1 to 9 ਤਾਂ ਠੀਕ ਹੈ, ਬਾਅਦ 'ਚ ਫਿਰ ABCD ਸ਼ੁਰੂ ਹੋ ਜਾਂਦਾ EF। ਆਹ ਦੇਖੋ F ਦਿਖ ਰਿਹਾ ਤੁਹਾਨੂੰ, DB ਆਹ ਚੀਜ਼ ਦਿਖ ਰਹੀਆਂ ਨੇ, ਯਾਨੀ ਕਿ 9 ਤੋਂ ਬਾਅਦ ਨਾ 10 ਹੀ ਲਿਖਿਆ ਜਾਊਗਾ, ABCD ਇੱਦਾਂ ਚੱਲੂਗਾ। ਅਤੇ ਇੱਧਰ ਕੀ ਦੇਖਣ ਨੂੰ ਮਿਲਿਆ ਡੈਸੀਮਲ, ਯਾਨੀ ਕਿ 0 ਤੋਂ ਲੈ ਕੇ 9 ਤੱਕ ਹੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ। ਤਾਂ ਇਹ ਡਿਫਰੈਂਸ ਹੁੰਦਾ ਹੈਗਾ ਡੈਸੀਮਲ ਅਤੇ ਹੈਗਜ਼ਾਡੈਸੀਮਲ ਨੋਟੇਸ਼ਨ ਦੇ ਵਿੱਚ। ਆਪਣੇ ਕੁਐਸਚਨ ਦਾ ਆਨਸਰ ਹੈ ਆਪਸ਼ਨ ਨੰਬਰ A 32 ਬਿਟ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਵੁੱਡ ਬੀ ਦਾ ਬੈਸਟ ਫਿਟ ਡਿਸਕ੍ਰਿਪਸ਼ਨ ਸੋਫਟਵੇਅਰ ਇਜ਼ ਕੋਪੀਡ ਐਂਡ ਗਿਵਨ ਟੂ ਦਾ ਫਰੈਂਡ ਵਿਦਆਊਟ ਦਾ ਪਰਮਿਸ਼ਨ ਆਫ ਦਾ ਕਾਪੀਰਾਈਟ ਓਨਰ। ਮੰਨ ਲਓ ਮੈਂ ਕੋਈ ਸੋਫਟਵੇਅਰ ਬਣਾਇਆ, ਇਹ ਨਾਮ ਦਾ ਸੋਫਟਵੇਅਰ ਬਣਾਇਆ, ਇਹ ਤਾਂ ਮੇਰਾ ਕਾਪੀਰਾਈਟ ਹੈ, ਲੇਕਿਨ ਕੋਈ ਆਦਮੀ ਨੇ ਇਹਨੂੰ ਡਾਊਨਲੋਡ ਕਰ ਲਿਆ ਅਤੇ ਇੱਕ ਦੂਜੇ ਆਪਣੇ ਫਰੈਂਡ ਨੂੰ ਫ੍ਰੀ ਆਫ ਕੋਸਟ ਦਿੱਤਾ, ਅਤੇ ਜਿੰਨਾ ਐਕਸੈਸ ਉਸ ਬੰਦੇ ਕੋਲ ਸੀ ਸੋਫਟਵੇਅਰ ਦਾ ਓਨਾ ਹੀ ਐਕਸੈਸ ਉਹਨੂੰ ਮਿਲ ਗਿਆ। ਲੇਕਿਨ ਹੋਇਆ ਕੀ ਮੇਰੀ ਪਰਮਿਸ਼ਨ ਲਿੱਤੀ ਗਈ, ਫ੍ਰੀ ਆਫ ਕੋਸਟ ਇਹਨੂੰ ਕਾਪੀ ਪੇਸਟ ਕਰਕੇ ਦੇਤਾ। ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਾਂਗੇ, ਫ੍ਰੀਵੇਅਰ ਕਹਾਂਗੇ, ਪਾਇਰੇਸੀ ਕਹਾਂਗੇ, ਸ਼ੇਅਰਵੇਅਰ ਜਾਂ ਨਨ। ਆਪਾਂ ਨਾ ਇਹਨਾਂ ਦੇ ਨਾਲ ਇੱਕ ਪਹਿਲਾਂ ਮਤਲਬ ਸਮਝ ਲੈਣਾ ਹੁੰਦਾ ਕੀ ਹੈ। ਫ੍ਰੀਵੇਅਰ ਕੀ ਹੁੰਦਾ ਹੈ, ਇੱਕ ਸੋਫਟਵੇਅਰ ਹੁੰਦਾ ਹੈਗਾ ਜਿਹਨੂੰ ਕਿ ਨੋ ਮੋਨੀਟਰੀ ਕੋਸਟ ਦੇ ਉੱਪਰ ਡਿਸਟਰੀਬਿਊਟ ਕੀਤਾ ਜਾਂਦਾ ਹੈਗਾ। ਦੈਟ ਮੀਨਸ ਉਹਦੇ ਲਈ ਕਾਪੀਰਾਈਟ ਓਨਰ ਦੀ ਪਰਮਿਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ, ਯਾਨੀ ਕਿ ਕਾਪੀਰਾਈਟ ਕੋਈ ਇਹਦੇ ਕਲੇਮ ਰੱਖਦਾ ਵੀ ਨਹੀਂ ਹੈ ਕਿਉਂਕਿ ਇਹ ਕੀ ਹੈ ਫ੍ਰੀਵੇਅਰ ਹੈ, ਫ੍ਰੀ ਵਿੱਚ ਡਿਸਟਰੀਬਿਊਟ ਕਰਨਾ। ਦੇਖੋ ਨੋ ਮੋਨੀਟਰੀ ਕੋਸਟ। ਨੈਕਸਟ ਗੱਲ ਕਰਦੇ ਹਾਂ, ਅਤੇ ਦੂਜੀ ਗੱਲ ਇਹ ਹੈ ਕਿ ਇਹਦੇ ਉੱਪਰ ਨਾ ਕੋਈ ਐਗਰੀਮੈਂਟ ਵੀ ਨਹੀਂ ਹੁੰਦਾ, ਕੋਈ ਲਾਇਸੈਂਸ ਦੀ ਲੋੜ ਨਹੀਂ ਹੁੰਦੀ, ਇਹ ਬਣਾਇਆ ਹੀ ਫ੍ਰੀ ਆਫ ਕੋਸਟ ਲਈ ਹੁੰਦਾ ਹੈਗਾ। ਫਿਰ ਗੱਲ ਕਰਦੇ ਹਾਂ ਆਪਾਂ ਸ਼ੇਅਰਵੇਅਰ ਬਾਰੇ। ਸ਼ੇਅਰਵੇਅਰ ਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ, ਇਨੀਸ਼ੀਅਲੀ ਸਟਾਰਟਿੰਗ ਫੇਜ਼ ਦੇ ਵਿੱਚ ਤਾਂ ਫ੍ਰੀ ਦੇ ਵਿੱਚ ਵੰਡੇ ਜਾਂਦੇ ਨੇ, ਲੇਕਿਨ ਇਹਦੀ ਕੁਛ ਚੀਜ਼ਾਂ ਨੇ, ਕੁਛ
ਇਹਦੀ ਪ੍ਰੋਪਰਟੀਜ਼ ਨੇ ਤੁਸੀਂ ਫ੍ਰੀ ਆਫ ਕੋਸਟ ਯੂਜ਼ ਕਰ ਸਕਦੇ ਹੋ। ਤੁਸੀਂ ਆਪ ਵੀ ਦੇਖਦੇ ਹੋਣੇ ਕੋਈ ਨਈ ਐਪ ਪਾਉਂਦੇ ਹੋ ਤੁਸੀਂ, ਕੁਝ ਫੀਚਰ ਤੁਸੀਂ ਫ੍ਰੀ ਆਫ ਕੋਸਟ ਯੂਜ਼ ਕਰ ਪਾਉਂਦੇ ਹੋ, ਲੇਕਿਨ ਕੁਝ ਫੀਚਰ ਚਲਾਉਣ ਲਈ ਤੁਹਾਨੂੰ ਕੋਸਟ ਦੇਣੀ ਪੈਂਦੀ ਹੈ, ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ। ਉਹਨੂੰ ਆਪਾਂ ਕੀ ਕਹਿੰਦੇ ਹਾਂ, ਸ਼ੇਅਰਵੇਅਰ ਕਹਿੰਦੇ ਹਾਂ। ਅਤੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਐਡਵੇਅਰ ਕਿਹਨੂੰ ਕਹਿੰਦੇ ਨੇ? ਕਮੈਂਟ ਸੈਕਸ਼ਨ ਦੇ ਵਿੱਚ ਮੈਂ ਵੇਟ ਕਰਾਂਗਾ ਵੀ ਦੇਖਦੇ ਹਾਂ ਕਿਹੜਾ ਸਟੂਡੈਂਟ ਰਿਪਲਾਈ ਕਰਦਾ ਇਸ ਗੱਲ ਦਾ। ਅਤੇ ਜੇਕਰ ਆਪਾਂ ਕੋਈ ਚੀਜ਼ ਕਾਪੀ ਕਰੀਏ ਵਿਦਾਊਟ ਦਾ ਪਰਮਿਸ਼ਨ ਆਫ ਦਾ ਕਾਪੀਰਾਈਟ, ਉਹਨੂੰ ਆਪਾਂ ਕਹਿੰਦੇ ਹਾਂ ਪਾਇਰੇਸੀ। ਆਪਸ਼ਨ ਨੰਬਰ ਬੀ। ਜਿਵੇਂ ਤੁਸੀਂ ਦੇਖਿਆ ਹੋਣਾ ਨਾ, ਨੋਰਮਲੀ ਆਪਾਂ ਪਾਇਰੇਸੀ ਵਰਡ ਜਿਹੜਾ ਮੂਵੀਜ਼ ਲਈ ਹੀ ਯੂਜ਼ ਕਰਦੇ ਹਾਂ ਕਿ ਮੂਵੀ ਪਾਇਰੇਟਡ ਹੈਗੀ ਹੈ, ਮੂਵੀ ਪਾਇਰੇਸੀ ਕੀਤੀ ਹੈ, ਲੇਕਿਨ ਆਹ ਸੋਫਟਵੇਅਰ ਦੇ ਵਿੱਚ ਵੀ ਯੂਜ਼ ਹੁੰਦਾ, ਲੇਕਿਨ ਆਪਾਂ ਨੂੰ ਯੂਜੂਅਲੀ ਇਹ ਮੂਵੀਜ਼ ਦੇ ਮਾਮਲੇ 'ਚ ਦੇਖਣ ਨੂੰ ਮਿਲਦਾ ਜਾਂ ਸੁਣਨ ਨੂੰ ਮਿਲਦਾ। ਨੈਕਸਟ ਗੱਲ ਕਰ ਰਿਹਾ, ਇਨ ਆਰਡਰ ਟੂ ਸੈਟ ਸਾਈਜ਼ ਆਫ ਪੇਜ ਟੂ A4, ਇਹ ਮੈਨੂ ਯੂਜ਼ ਟੂ, ਯਾਨੀ ਕਿ ਤੁਹਾਨੂੰ ਪਤਾ ਹੀ ਨਾ ਪੇਪਰ ਦੇ ਸਾਈਜ਼ ਕਿਹੜੇ ਕਿਹੜੇ ਹੁੰਦੇ ਨੇ, ਅੱਡ ਹੁੰਦੇ ਨੇ ਜੀ, ਲੇਕਿਨ ਆਪਾਂ ਕਿਹੜੇ ਯੂਜ਼ ਕਰਦੇ ਹਾਂ, ਮੋਸਟਲੀ ਲੀਗਲ ਅਤੇ A4 ਯੂਜ਼ ਹੀ ਕਰਦੇ ਹਾਂ ਜਿਵੇਂ ਆਰ ਲੀਗਲ। ਲੇਕਿਨ ਜੇਕਰ ਆਪਾਂ ਨੂੰ ਮੰਨ ਲਓ ਲੀਗਲ ਸੈਟਿੰਗ ਹੈ, ਆਪਾਂ ਨੂੰ A4 ਕਰਨਾ ਹੈ, ਤਾਂ ਆਪਾਂ ਪੇਜ ਲੇਆਊਟ 'ਤੇ ਜਾਵਾਂਗੇ। ਆ ਦੇਖੋ ਪੇਜ ਲੇਆਊਟ ਦੇ ਵਿੱਚ ਆ ਕੇ ਸਾਈਜ਼ ਦੇ ਵਿੱਚ ਆਪਾਂ ਇਹਨੂੰ ਚੇਂਜ ਕਰ ਸਕਦੇ ਹਾਂ, ਕਿਸੇ ਵੀ ਸਾਈਜ਼ 'ਚ ਚੇਂਜ ਕਰ ਸਕਦੇ ਹਾਂ। ਨੈਕਸਟ ਗੱਲ ਕਰਦਾ ਹੈ, ਵਿਚ ਆਫ ਦਾ ਫੋਲੋਇੰਗ ਕੈਨ ਬੀ ਯੂਜ਼ਡ ਫॉर ਪ੍ਰੀਪੇਅਰਿੰਗ ਪ੍ਰੈਜੈਂਟੇਸ਼ਨ ਟੂ ਬੀ ਡਿਲੀਵਰਡ ਯੂਜ਼ਿੰਗ LCD ਪ੍ਰੋਜੈਕਟਰ। ਆਪਾਂ ਕਾਲਜ ਦੇ ਵਿੱਚ ਪੜ੍ਹੇ ਹਾਂ ਜਾਂ ਕਈ ਵਾਰ ਕੋਈ ਪ੍ਰੋਜੈਕਟ ਸੈਮੀਨਾਰ ਲੈ ਰਹੇ ਹੁੰਦੇ ਹਾਂ, ਤਾਂ ਬੇਸਿਕਲੀ ਆਪਾਂ ਉੱਥੇ ਪ੍ਰੋਜੈਕਟਰ ਦਾ ਯੂਜ਼ ਦੇਖਦੇ ਹਾਂ ਕਿ ਇੱਕ ਪ੍ਰੋਜੈਕਟਰ ਰੱਖਿਆ ਹੁੰਦਾ ਅਤੇ ਉਹਨੂੰ ਪ੍ਰੋਜੈਕਟ ਕਰਕੇ ਇੱਕ ਸਕਰੀਨ ਦੇ ਉੱਪਰ ਉਹਨੂੰ ਪ੍ਰੋਜੈਕਟ ਕੀਤਾ ਜਾਂਦਾ ਅਤੇ ਆਪਾਂ ਇੱਥੇ ਸਭ ਕੁਝ ਦੇਖ ਸਕਦੇ ਹਾਂ। ਉਹ ਚੀਜ਼ ਜਿਹੜੀ ਹੈ ਨਾ ਆਪਾਂ ਪਾਵਰ ਪੁਆਇੰਟ ਦੇ ਥਰੂ ਕਰਦੇ ਹਾਂ। ਪਾਵਰ ਪੁਆਇੰਟ ਦੇ ਥਰੂ ਆਪਾਂ ਕੀ ਕਰਾਂਗੇ, ਜਿਹਨੂੰ ਆਪਾਂ ਕਹਿੰਦੇ PPT ਬਣਾ ਲੈਂਦੇ ਹਾਂ। ਪਾਵਰ ਪੁਆਇੰਟ 'ਤੇ ਆਪਾਂ ਨੇ PPT ਬਣਾਈ, ਪ੍ਰੈਜੈਂਟੇਸ਼ਨ ਤਿਆਰ ਕੀਤੀ ਅਤੇ LCD ਪ੍ਰੋਜੈਕਟਰ ਦੇ ਰਾਹੀਂ ਉਹਨੂੰ ਆਪਾਂ ਪ੍ਰੈਜੈਂਟ ਕੀਤਾ। ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਗੱਲ ਕਰ ਰਹੇ ਬਾਇਓਮੈਟ੍ਰਿਕ ਡਿਵਾਈਸ। ਬਾਇਓਮੈਟ੍ਰਿਕ ਡਿਵਾਈਸਿਸ ਉਹੀ ਡਿਵਾਈਸਿਸ ਨੇ ਜਿੱਥੇ ਆਪਣੇ ਥੰਬ ਇੰਪਰੈਸ਼ਨ ਜਾਂ ਫਿੰਗਰ ਇੰਪਰੈਸ਼ਨ ਲਿੱਤੇ ਜਾਂਦੇ ਨੇ। ਆਫਿਸਿਸ ਦੇ ਵਿੱਚ ਯੂਜ਼ ਹੁੰਦਾ ਹੈਗਾ। ਅੱਜ ਕੱਲ੍ਹ ਤਾਂ ਵੈਸੇ ਐਗਜ਼ਾਮ ਦੇਣ ਜਾਂਦੇ ਆਪਣੇ, ਉੱਥੇ ਵੀ ਬਾਇਓਮੈਟ੍ਰਿਕ ਹੁੰਦੀ ਹੈ। ਕੀ ਕਰਦਾ ਕੀ ਉਹ ਔਥੈਂਟੀਕੇਟ ਕਰਦਾ ਕਿਸੇ ਪਰਸਨ ਦੀ ਆਈਡੈਂਟੀਟੀ ਨੂੰ ਬਾਏ ਵੈਰੀਫਾਈਂਗ ਪਰਸਨਲ ਕਰੈਕਟਰਿਸਟਿਕਸ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ, ਬਿਕੋਜ਼ ਦੇ ਬਾਇਓਮੈਟ੍ਰਿਕ ਡਿਵਾਈਸ ਔਥੈਂਟੀਕੇਟ ਏ ਪਰਸਨ ਆਈਡੈਂਟੀਟੀ। ਨੈਕਸਟ ਗੱਲ ਕਰ ਰਿਹਾ, ਇਹ ਸਕੈਨਿੰਗ ਟੈਕਨੋਲੋਜੀ ਯੂਜ਼ਡ ਇਨ ਬੈਂਕ ਟੂ ਰੀਡ ਦਾ ਨੰਬਰ ਐਟ ਦਾ ਬੋਟਮ ਆਫ ਚੈੱਕ ਇਜ਼। ਇਹ ਕੁਐਸਚਨ ਹੈ ਮੈਂ ਤੁਹਾਨੂੰ ਲਾਸਟ ਸੀਰੀਜ਼ ਦੇ ਵਿੱਚ ਵੀ ਕਰਾਇਆ ਸੀਗਾ, ਜਿਹੜੀ ਲਾਸਟ ਵੀਡੀਓ ਆਈ ਸੀਗੀ। ਜੇਕਰ ਇਸ ਕੁਐਸਚਨ ਦਾ ਆਨਸਰ ਦੇਖਣਾ ਤੁਹਾਨੂੰ ਪੁਰਾਣੀ ਵੀਡੀਓ ਦੇਖਣੀ ਪੈਣੀ ਹੈ, ਅਤੇ ਜਿਨ੍ਹਾਂ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੱਸਣ। ਮੈਂ ਚੰਗੀ ਤਰ੍ਹਾਂ ਨਾ ਲਾਸਟ ਵੀਡੀਓ ਦੀ ਐਗਜ਼ਾਮਪਲ ਲੈ ਕੇ ਦੱਸਿਆ, ਚੈੱਕ ਦੀ ਐਗਜ਼ਾਮਪਲ ਹੀ ਲਿੱਤੀ ਸੀਗੀ ਕਿ ਇੱਥੇ ਚੈੱਕ ਨੰਬਰ ਹੁੰਦਾ, ਇੱਥੇ ਕਿਹੜਾ ਨੰਬਰ ਹੁੰਦਾ, ਉਹੀ ਇਸ ਕੁਐਸਚਨ ਦਾ ਆਨਸਰ ਹੈ। ਨੈਕਸਟ ਗੱਲ ਕਰ ਰਹੇ, ਦਾ ਮੋਸਟ ਇੰਪੋਰਟੈਂਟ ਡਿਫਰੈਂਸ ਇਨ ਦਾ ਪਰਫੋਰਮੈਂਸ ਬਿਟਵੀਨ ਮੇਨ ਐਂਡ ਸੈਕੰਡਰੀ ਮੈਮਰੀ ਇਜ਼। ਮੇਨ ਮੈਮਰੀ ਬੇਸਿਕਲੀ ਜਿਹੜੀ ਪ੍ਰਾਇਮਰੀ ਮੈਮਰੀ ਹੁੰਦੀ ਹੈ, ਜਿਹਨੂੰ ਆਪਾਂ ਰੈਮ ਕਹਿ ਦਿੰਦੇ ਹਾਂ। ਸੈਕੰਡਰੀ ਮੈਮਰੀ ਜਿਵੇਂ ਆਪਾਂ ਹਾਰਡ ਡਿਸਕ ਲਾਈ, ਕੋਈ ਪੈਨ ਡਰਾਈਵ ਲਾਈ ਜਾਂ ਫਲੋਪੀ ਡਿਸਕ, CD, DVD, ਉਹਨੂੰ ਆਪਾਂ ਸੈਕੰਡਰੀ ਮੈਮਰੀ ਕਹਾਂਗੇ। ਡਿਫਰੈਂਸ ਕੀ ਹੈ? ਪਹਿਲਾਂ ਤਾਂ ਤੁਹਾਨੂੰ ਵੈਸੇ ਦੱਸ ਦਿੰਦਾ ਡਿਫਰੈਂਸ ਕੀ ਹੈ। ਪਾਵਰ ਕੰਜ਼ੰਪਸ਼ਨ ਕੋਈ ਡਿਫਰੈਂਸ ਨਹੀਂ ਹੈਗਾ, ਆ ਵੀ ਨਹੀਂ ਕੋਈ ਉਹ ਬਣਦਾ ਹੈਗਾ। ਪਹਿਲੀ ਗੱਲ ਤਾਂ ਇਹ ਜਿਹੜੀ ਮੇਨ ਮੈਮਰੀ ਹੈ, ਪ੍ਰਾਇਮਰੀ ਮੈਮਰੀ ਹੈ, ਉਹ CPU ਦੁਆਰਾ ਡਾਇਰੈਕਟਲੀ ਅਸੈਸ ਕੀਤੀ ਜਾਂਦੀ ਹੈ ਅਤੇ ਉਹ ਇਨਡਾਇਰੈਕਟਲੀ, ਇਨ ਕਿ ਸੈਕੰਡਰੀ ਮੈਮਰੀ is not directly assessed by the CPU. And the most important difference is the primary memory, or we can say main memory, that is very costly to buy for any user, so that secondary memory can be easily buy, it is cheap in cost, you can say। ਵੈਸੇ ਆਪਾਂ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਹਾਂ, ਯਾਨੀ ਕਿ ਸੈਕੰਡਰੀ ਮੈਮਰੀ ਜਿਹੜੀ ਹੈ ਉਹ ਕਾਫੀ ਚੀਪ ਹੁੰਦੀ ਹੈ, ਸਸਤੀ ਹੁੰਦੀ ਹੈ ਐਜ਼ ਕੰਪੈਰੀਜ਼ਨ ਟੂ ਮੇਨ ਮੈਮਰੀ। ਅਤੇ ਜੇ ਆਪਾਂ ਕੁਐਸਚਨ ਦੇ ਹਿਸਾਬ ਨਾਲ ਚੱਲੀਏ ਤਾਂ ਸਪੀਡ ਆਫ ਐਸੈਸ ਜਿਹੜਾ ਹੈਗਾ ਇਹਦਾ ਮੇਨ ਡਿਫਰੈਂਸ ਹੈਗਾ। ਜਿਹੜੀ ਮੇਨ ਮੈਮਰੀ ਹੈ ਉਹ ਕਾਫੀ ਜਲਦੀ ਐਸੈਸ ਹੁੰਦੀ ਹੈ, ਯਾਨੀ ਕਿ ਸਪੀਡ ਉਹਦੀ ਜ਼ਿਆਦਾ ਤੇਜ਼ ਹੈ। ਸੈਕੰਡਰੀ ਮੈਮਰੀ ਦੀ ਕਾਫੀ ਜ਼ਿਆਦਾ ਸਲੋ ਰਹਿੰਦੀ ਹੈ। ਦੈਟ ਇਜ਼ ਦਾ ਬੇਸਿਕ ਡਿਫਰੈਂਸ ਬਿਟਵੀਨ ਦਾ ਮੇਨ ਮੈਮਰੀ ਐਂਡ ਸੈਕੰਡਰੀ ਮੈਮਰੀ। ਹੁਣ ਮੈਂ ਤੁਹਾਨੂੰ ਮੇਨ ਮੈਮਰੀ ਦੇ ਐਗਜ਼ਾਮਪਲ ਵੀ ਦੱਸ ਦਿੱਤੇ, ਸੈਕੰਡਰੀ ਮੈਮਰੀ ਦੇ ਵੀ। ਨੈਕਸਟ ਗੱਲ ਕਰ ਰਿਹਾ, ਵਿਚ ਆਫ ਦਾ ਫੋਲੋਇੰਗ ਇਜ਼ ਅ ਵੈਬ ਬਰਾਊਜ਼ਰ। ਕਾਫੀ ਈਜ਼ੀ ਕੁਐਸਚਨ ਹੈ ਲੇਕਿਨ ਕਾਫੀ ਟ੍ਰਿਕੀ ਹੈ। ਟ੍ਰਿਕੀ ਕਿਉਂ ਹੈ? ਵੈਬ ਬਰਾਊਜ਼ਰ ਦਾ ਨਾਂ ਦੇ ਕੇ google.com ਅਤੇ yahoo.com ਦੱਸਦਾ। ਬੇਸਿਕਲੀ google.com ਅਤੇ yahoo.com ਕੀ ਨੇ? ਸਰਚ ਇੰਜਨ ਨੇ, ਰਾਈਟ। ਅਤੇ ਅੱਜ ਕੱਲ੍ਹ ਸਰਚ ਇੰਜਨ ਓਪਟਮਾਈਜੇਸ਼ਨ ਕਰਕੇ ਕਿਸੇ ਵੀ ਚੀਜ਼ ਦੀ ਨਾ ਕਿਹੜੀ ਚੀਜ਼ ਪਹਿਲਾਂ ਸਰਚ 'ਤੇ ਆਉਣੀ ਚਾਹੀਦੀ ਹੈ, ਕਿਹੜੀ ਚੀਜ਼ ਬਾਅਦ ਦੇ ਵਿੱਚ ਸਰਚ ਦੇ ਵਿੱਚ ਆਉਣੀ ਚਾਹੀਦੀ ਹੈ, ਉਹਦੀ ਆਪਾਂ ਉੱਪਰ ਥੱਲੇ ਕਰ ਸਕਦੇ ਹਾਂ। ਤਾਂ ਆਹ ਜਿਹੜੇ ਨੇ ਵੈਬ ਬਰਾਊਜ਼ਰ ਨੇ। ਆਪਸ਼ਨ ਨੰਬਰ ਬੀ ਦੇ ਵਿੱਚ ਤੁਸੀਂ ਕਹਿੰਦੇ ਇੰਟਰਨੈਟ ਐਕਸਪਲੋਰਰ। ਆਹ ਦੇਖੋ ਇੰਟਰਨੈਟ ਐਕਸਪਲੋਰਰ, ਤਾਂ ਵੈਬ ਬਰਾਊਜ਼ਰ ਆਪਸ਼ਨ ਨੰਬਰ ਬੀ। ਇਨ MS PowerPoint ਪ੍ਰੈਜੈਂਟੇਸ਼ਨ ਸਲਾਈਡ ਸ਼ੋ ਕੈਨ ਬੀ ਸਟਾਰਟਡ ਫਰੋਮ। ਜਿਵੇਂ ਆਪਾਂ ਹੁਣ ਮੈਂ ਵੀ ਹੁਣ ਵੀਡੀਓ ਜਿਹੜੀ ਪ੍ਰੈਜੈਂਟੇਸ਼ਨ 'ਤੇ ਬਣਾ ਰਿਹਾ PPT ਬਣਾ ਕੇ, ਅਤੇ ਇਹਦਾ ਸਲਾਈਡ ਸ਼ੋ ਹੈ ਕਿੱਥੋਂ ਸਟਾਰਟ ਕੀਤਾ ਜਾ ਸਕਦਾ ਹੈ? ਫਸਟ ਆਪਸ਼ਨ ਕਹਿ ਰਿਹਾ ਸਟਾਰਟਿੰਗ ਤੋਂ, ਬਿਗਨਿੰਗ ਸਲਾਈਡ ਤੋਂ।
ਸੈਕਿੰਡ ਕਹਿ ਰਿਹਾ ਕਰੰਟ ਸਲਾਈਡ ਤੋਂ, ਯਾਨੀ ਕਿ ਜਿਹੜੀ ਵੀ ਸਲਾਈਡ ਓਪਨ ਹੈ, ਮੰਨ ਲਓ 8ਵੀਂ 9ਵੀਂ ਸਲਾਈਡ ਚੱਲ ਰਹੇ ਹੋ, ਕਿ ਉੱਧਰੋਂ ਸਲਾਈਡ ਸ਼ੋ ਸ਼ੁਰੂ ਹੋ ਸਕਦਾ ਹੈ? ਜੀ ਹਾਂ, ਬਿਲਕੁਲ ਹੋ ਸਕਦਾ ਹੈ। ਦੈਟ ਮੀਨਸ ਇਹਦਾ ਆਂਸਰ ਹੋ ਜਾਊਗਾ ਆਪਸ਼ਨ ਨੰਬਰ ਸੀ, ਬੋਥ ਏ ਐਂਡ ਬੀ। ਇਹ ਕੁਕੀ ਇਜ਼ ਹੈ। ਜਦੋਂ ਕੁਕੀ ਦੀ ਗੱਲ ਕਰਦਾ ਇਹਦਾ ਮਤਲਬ ਆ ਨਹੀਂ ਕਿ ਮੈਂ ਬਿਸਕਿਟ ਦੀ ਗੱਲ ਕਰ ਰਿਹਾ, ਆਹ ਥੋੜੀ ਡਿਫਰੈਂਟ ਕੁਕੀ ਹੈ ਜੀ, ਲੇਕਿਨ ਮੈਂ ਇਸ ਟਾਈਮ ਕੰਪਿਊਟਰ ਬਾਰੇ ਗੱਲ ਕਰ ਰਿਹਾ। बेसिकली कुकी इज़ ए स्मॉल पीस ऑफ डेटा सेंड फ्रॉम वेबसाइट एंड स्टोर इन द यूज़र। मान लो मैं वैब ब्राउज़र चला रहा, क्रोम चला रहा, तो मैं कोई वैबसाइट असैस की, मान लो मैं फेसबुक चलाया, जिन्ना टाइम फर्स्ट टाइम चलान च लेगा, सैकेंड टाइम मैं जो फेसबुक चलावांगा तो वो तो एज कंपैरिजन टू फर्स्ट टाइम घट टाइम लेगा। क्यों? क्योंकि मेरे वैब ब्राउज़र के ना उस वैबसाइट की पर्टिकुलर वैबसाइट की कुकी स्टोर हो गई हैं, जिन्होंने आप कहने स्मॉल पीस ऑफ डेटा। ऑप्शन नंबर सी। ਨੈਕਸਟ ਗੱਲ ਕਰ ਰਿਹਾ ਵਟ ਇਜ਼ ਸਪੈਮ ਈਮੇਲ। ਤੁਸੀਂ ਜਦੋਂ ਵੀ ਆਪਣੀ ਜੀਮੇਲ ਖੋਲੋਗੇ ਉੱਥੇ ਵਿੱਚ ਆਪਸ਼ਨ ਦੇ ਵੀ ਲਿਖਿਆ ਹੁੰਦਾ ਹੈਗਾ ਸਪੈਮ। ਉਹ ਕੀ ਹੁੰਦੇ ਨੇ? ਅਨਸੋਲਿਸਿਟਡ ਕਮਰਸ਼ੀਅਲ ਔਰ ਨੋਨ ਕਮਰਸ਼ੀਅਲ ਈਮੇਲ, ਯਾਨੀ ਕਿ ਜਿਹੜੇ ਅਨਵਾਂਟਡ ਈਮੇਲਸ ਨੇ। ਕਈ ਵਾਰ ਕੀ ਹੁੰਦਾ ਹੈ ਵੀ ਐਡ ਕਰਨ ਲਈ ਦਿੱਤੇ ਜਾਂਦੇ ਨੇ, ਲੇਕਿਨ ਉਹ ਤੁਹਾਡੇ ਜਿਹੜੇ ਪ੍ਰਾਇਮਰੀ ਇਨਬੋਕਸ ਉਹਦੇ ਵਿੱਚ ਨਹੀਂ ਆਉਂਦੇ, ਉਹ ਸਪੈਮ ਦੇ ਵਿੱਚ ਚਲੇ ਜਾਂਦੇ। ਆਪਸ਼ਨ ਨੰਬਰ ਏ। ਨੈਕਸਟ ਗੱਲ ਕਰ ਰਿਹਾ ਦਾ ਸਟੈਂਡਰਡ ਰੂਲ ਦੈਟ ਮੈਨੀ ਈਮੇਲ ਕਲਾਇੰਟ ਯੂਜ਼ ਟੂ ਹੈਂਡਲ ਆਊਟਗੋਇੰਗ ਮੇਲ ਮੈਸੇजेस। ਯਾਨੀ ਕਿ ਤੁਸੀਂ ਮੇਲ ਭੇਜੀ ਅਤੇ ਉਹੀ ਗੱਲ ਪੁੱਛ ਰਿਹਾ ਵੀ ਜਿਹੜੀ ਮੇਲ ਸੈਂਡ ਹੋਈ ਹੈ ਉਹ ਕਿਹੜੇ ਪ੍ਰੋਟੋਕੋਲ ਦੇ ਰਾਹੀਂ ਸੈਂਡ ਹੋਈ ਹੈ, ਤਾਂ ਉਹ ਹੁੰਦੀ ਹੈ ਜੀ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ SMTP। ਇਹ ਡਿਲੀਵਰ ਕਰਦਾ ਹੈਗਾ ਮੈਸੇਜ ਨੂੰ ਓਵਰ ਇੰਟਰਨੈਟ। ਜਿਹੜਾ STMP ਹੈ ਵੈਸੇ ਕੋਈ ਮੇਰੇ ਹਿਸਾਬ ਨਾਲ ਕੋਈ ਕੰਪਿਊਟਰ ਦੀ ਕੋਈ ਇਹ ਸ਼ੋਰਟ ਫਾਰਮ ਨਹੀਂ ਹੈਗੀ, ਇਹ ਜਸਟ ਕਨਫਿਊਜ਼ ਕਰਨ ਲਈ ਯੂਜ਼ ਕੀਤਾ ਗਿਆ। ਅਤੇ ਜਿਹੜਾ ਮਾਈਮੈਥ ਅਤੇ POP3 ਹੈ ਇਹ ਵੀ ਕੀ ਨੇ? ਇੱਕ ਈਮੇਲ ਦੇ ਪ੍ਰੋਟੋਕੋਲਸ ਨੇ। ਜਿਹੜਾ MIME ਹੈ ਜਿਹਨੂੰ ਆਪਾਂ ਕਹਿੰਦੇ ਹਾਂ ਮਲਟੀਪਰਪਸ ਇੰਟਰਨੈਟ ਮੇਲ ਐਕਸਟੈਂਸ਼ਨ, ਇਹ ਕੀ ਕਰਦਾ ਹੈਗਾ? ਇਹ ਆਪਾਂ ਨੂੰ ਆਪਸ਼ਨ ਦਿੰਦਾ ਹੈਗਾ ਵੀਡੀਓ, ਆਡੀਓ, ਇਮੇਜਿਸ ਅਤੇ ਹੋਰ ਐਪਲੀਕੇਸ਼ਨ ਪ੍ਰੋਗਰਾਮ ਨੂੰ ਅਟੈਚ ਕਰਨ ਦੇ ਲਈ। ਜੇਕਰ ਆਪਾਂ ਇਸ ਨੂੰ ਨਹੀਂ ਯੂਜ਼ ਕਰਾਂਗੇ, ਆਪਾਂ ਸਿਰਫ ਟੈਕਸਟ ਹੀ ਭੇਜ ਪਾਵਾਂਗੇ ਈਮੇਲ ਦੇ ਥਰੂ। ਤੀਜੀ ਗੱਲ ਕਰ ਰਿਹਾ POP। SMTP ਜਿਹੜਾ ਹੁੰਦਾ ਉਹ ਸੈਂਡ ਕਰਨ ਲਈ ਹੁੰਦਾ ਹੈਗਾ, ਜਿਹੜਾ POP ਹੁੰਦਾ ਪੋਸਟ ਆਫਿਸ ਪ੍ਰੋਟੋਕੋਲ, ਇਹ ਈਮੇਲ ਨੂੰ ਰਿਸੀਵ ਕਰਨ ਲਈ ਹੁੰਦਾ। ਠੀਕ ਹੈ, ਲੇਕਿਨ ਆਪਣੇ ਇਸ ਕੁਐਸਚਨ ਦਾ ਆਂਸਰ ਹੋ ਗਿਆ ਆਪਸ਼ਨ ਨੰਬਰ ਏ। ਹਾਲਾਂਕਿ ਮੈਂ ਤੁਹਾਨੂੰ ਜਿਹੜੇ ਬਚਦੇ ਸੀ ਉਹਨਾਂ ਬਾਰੇ ਵੀ ਦੱਸਦਾ। ਨੈਕਸਟ ਗੱਲ ਕਰਦੇ ਹਾਂ ਵੀ ਜੋ ਦ ਫੋਲੋਇੰਗ ਇਜ਼ ਨੋਟ ਏ ਹਾਰਡਵੇਅਰ। ਹਾਰਡਵੇਅਰ ਐਂਡ ਸੋਫਟਵੇਅਰ ਬੇਸਿਕਲੀ ਸਿੰਪਲ ਜਿਹਾ ਡਿਫਰੈਂਸ ਹੈ। ਹਾਰਡਵੇਅਰ ਜਿਹਨੂੰ ਆਪਾਂ ਫਿਜ਼ੀਕਲ ਵਰਲਡ ਦੇ ਵਿੱਚ ਟੱਚ ਕਰ ਸਕਦੇ ਹਾਂ, ਸੋਫਟਵੇਅਰ ਨੂੰ ਆਪਾਂ ਦੇਖ ਸਕਦੇ ਹਾਂ ਲੇਕਿਨ ਟੱਚ ਨਹੀਂ ਕਰ ਸਕਦੇ। ਇਹ ਕਾਫੀ ਬੇਸਿਕ ਜੀ ਅਤੇ ਸਿੰਪਲ ਜਿਹੀ ਐਗਜ਼ਾਮਪਲ ਹੈ। ਜਿਵੇਂ ਹੁਣ ਮੈਂ MS ਵਰਡ ਚਲਾਇਆ, ਠੀਕ ਹੈ, ਕੀ ਮੈਂ MS ਵਰਡ 'ਚ ਟੱਚ ਕਰ ਸਕਦਾ ਸੀ ਫਿਜ਼ੀਕਲੀ? ਨਹੀਂ। ਕੀ ਹੈ? ਸੋਫਟਵੇਅਰ ਹੈ, ਮੈਨੂੰ ਦੇਖ ਸਕਦਾ, ਮੈਨੂੰ ਅਸੈਸ ਕਰ ਸਕਦਾ, ਯੂਜ਼ ਕਰ ਸਕਦਾ, ਬਟ ਮੈਨੂੰ ਟੱਚ ਤਾਂ ਨਹੀਂ ਕਰ ਰਿਹਾ ਨਾ, ਤਾਂ ਸੋਫਟਵੇਅਰ ਹੈ। ਹੁਣ ਜੇ ਮੇਰਾ UPS ਹੈ, UPS 'ਤੇ ਮੈਂ ਕੰਮ ਕਰ ਰਿਹਾ, ਮੈਨੂੰ ਟੱਚ ਕਰ ਸਕਦਾ, ਉਹ ਜੀ ਗੱਲ ਹੈ, ਇਹ ਫਿਜ਼ੀਕਲ ਡਿਵਾਈਸ ਹੈ, ਤਾਂ ਇਹਨੂੰ ਆਪਾਂ ਹਾਰਡਵੇਅਰ ਕਹਿ ਦਾਂਗੇ। ਹਾਰਡ ਡਿਸਕ ਹੈ, ਇਹਨੂੰ ਆਪਾਂ ਇੰਟਰਨਲੀ ਐਕਸਟਰਨਲੀ ਯੂਜ਼ ਕਰ ਸਕਦੇ ਹਾਂ, ਇਹ ਹਾਰਡਵੇਅਰ ਹੈਗਾ। ਰੈਮ ਜਿਹੜੀ ਹੈ ਆਪਣੇ ਮਦਰਬੋਰਡ ਦੇ ਨਾਲ ਲੱਗੀ ਹੁੰਦੀ ਹੈ, ਉਹ ਵੀ ਇੱਕ ਹਾਰਡਵੇਅਰ ਹੁੰਦਾ, ਇਹਨੂੰ ਆਪਾਂ ਕੱਢ ਤੇ ਪਾ ਸਕਦੇ ਹਾਂ। ਪ੍ਰੋਸੈਸਰ ਵੀ ਜਿਹੜਾ ਮਦਰਬੋਰਡ 'ਤੇ ਹੀ ਹੁੰਦਾ, ਲੇਕਿਨ ਜਿਹੜਾ MS ਆਫਿਸ ਹੈ ਇਹ ਕੀ ਹੈ? ਇੱਕ ਐਪਲੀਕੇਸ਼ਨ ਹੈ। ਐਪਲੀਕੇਸ਼ਨ ਦੈਟ ਮੀਨਸ ਆ ਕੀ ਹੈ? ਇੱਕ ਸੋਫਟਵੇਅਰ ਐਪਲੀਕੇਸ਼ਨ ਹੈ, ਇਹ ਹਾਰਡਵੇਅਰ ਨਹੀਂ ਹੈ। ਤਾਂ ਆਪਸ਼ਨ ਨੰਬਰ D ਇਜ਼ ਦਾ ਰਾਈਟ ਆਂਸਰ। ਤਾਂ ਆਹ ਸੀਗਾ ਆਪਣਾ ਟੋਟਲ ਅੱਜ ਦਾ ਪੂਰਾ ਚੈਪਟਰ। ਮੈਂ ਟਰਾਈ ਕਰਾਂਗਾ ਕਿ ਮੈਨੂੰ ਹੋਰ ਕੁਐਸਚਨ ਮਿਲੇ। ਜੇਕਰ ਤੁਹਾਡੇ ਕੋਲ PSSB ਦੇ ਪੁਰਾਣੇ ਕੁਐਸਚਨ ਪੇਪਰ ਨੇ ਜਿਹਦੇ ਵਿੱਚ ਆਪਾਂ ਕੰਪਿਊਟਰ ਡਿਸਕਸ ਕਰ ਰਹੀਏ, ਤੁਸੀਂ ਮੈਨੂੰ ਭੇਜ ਸਕਦੇ ਹੋ। ਤੁਹਾਡੇ ਕੋਲ ਮੇਰੀ ਈਮੇਲ ID ਵੀ ਹੈ, ਇੰਸਟਾਗ੍ਰਾਮ ਵੀ ਹੈ ਅਤੇ ਟੈਲੀਗ੍ਰਾਮ ਵੀ ਹੈ। ਮੈਂ ਫਿਰ ਉਹ ਡਿਸਕਸ ਕਰ ਲਾਂਗਾ, ਚਾਹੇ ਅੱਜ ਹੀ ਕਰਾਂ ਜਾਂ ਕੱਲ੍ਹ ਕਰਾਂ, ਲੇਕਿਨ ਤੁਹਾਡੇ ਪੇਪਰ ਤੋਂ ਪਹਿਲਾਂ ਹੀ ਕਰ ਲਾਂਗਾ। ਜੇਕਰ ਤੁਸੀਂ ਹੋਰ ਕਿਸੇ ਵੀਡੀਓ 'ਤੇ ਡਿਸਕਸ਼ਨ ਚਾਹੁੰਦੇ ਹੋ, ਤੁਸੀਂ ਉਹ ਵੀ ਦੱਸ ਕੇ ਮੈਨੂੰ ਕੰਟੈਂਟ ਸੈਂਡ ਕਰ ਦਿਓ ਤਾਂ ਕਿ ਮੈਂ ਤਿਆਰ ਕਰ ਸਕਾਂ। ਅਤੇ ਤੁਹਾਨੂੰ ਵੀਡੀਓ ਸਮਝ ਆਈ ਹੋ ਤਾਂ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਵੀ ਕਰਿਓ। ਥੈਂਕਸ ਫॉर ਵਾਚਿੰਗ, ਡੂ ਸਬਸਕ੍ਰਾਈਬ। ਥੈਂਕ ਯੂ, ਬਾਏ ਬਾਏ, ਟੇਕ ਕੇਅਰ।